पिछले 3 सालों से आपके विश्वास के साथ अपनी सेवाएं दे रहा है A to Z फैमिली मार्ट्स। जी हाँ, A to Z फैमिली मार्ट्स, जिसमें घर की हर जरूरत का सामान एक ही छत के नीचे 40 to 70% डिस्काउंट पर उपलब्ध है। ऑनलाइन से भी सस्ता, जी हाँ, ऑनलाइन से भी सस्ता, जैसे बेडशीट, ब्लैंकेट्स, इलेक्ट्रॉनिक डिवाइस, शूज़, क्रॉकरीज, इसके अलावा अन्य सामान भी उपलब्ध है। एक बार आएंगे तो खाली हाथ जाने का मन नहीं करेगा। तो आएं और सेवा का मौका दे। A to Z फैमिली मार्ट्स, पता अनाज मंडी 7E ब्लॉक, नज़दीक विजय बैंक। फ़ोन नंबर 9215800222। नमस्कार, मैं हैप्पी सिंगला पीवी न्यूज़ ਵਿੱਚ ਤੁਹਾਡਾ ਸਵਾਗਤ ਕਰ ਰਹੀ ਹਾਂ। ਇਸ ਸਮੇਂ ਮੌਕੇ ਦੀਆਂ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਸ਼ਹੀਦ ਭਗਤ ਸਿੰਘ ਸਟੇਡੀਅਮ ਪੱਕਾ ਮੋਰਚਾ ਦੀਆਂ, ਜਿੱਥੇ ਕਿ ਅੱਜ ਵਿਸ਼ਾਲ ਕਨਵੈਨਸ਼ਨ ਹੈ, ਜਿੱਥੋਂ ਦੇ ਮੁੱਖ ਬੁਲਾਰੇ ਨੇ ਪ੍ਰੋਫੈਸਰ ਜਗਮੋਹਨ ਸਿੰਘ। ਪ੍ਰੋਫੈਸਰ ਜਗਮੋਹਨ ਸਿੰਘ ਕੀ ਦੱਸ ਰਹੇ ਨੇ ਸ਼ਹੀਦ ਭਗਤ ਸਿੰਘ ਬਾਰੇ, ਤੇ ਜੋ ਇਹ ਕਿਸ 3 ਅਧਿਆਦੇਸ਼ ਨੇ, ਜੋ ਇਹ ਬਿੱਲ ਨੇ, ਉਹਨਾਂ ਬਾਰੇ ਗੱਲ ਕਰਵਾਉਂਦੇ ਹਾਂ ਪ੍ਰੋਫੈਸਰ ਜਗਮੋਹਨ ਸਿੰਘ ਜੀ ਦੇ ਨਾਲ, ਤੇ ਜਾਣਦੇ ਹਾਂ ਦੇਸ਼ ਦਾ ਇਤਿਹਾਸ ਤੇ ਉਸ ਦੇ ਨਾਲ ਜੋ ਇਹ ਆਰਡੀਨੈਂਸ ਦੇ ਬਿੱਲ ਨੇ ਉਹ ਕੀ ਨੇ, ਉਹ ਕਿੰਨੇ ਘਾਤਕ ਨੇ, ਤੇ ਉਹਨਾਂ ਦੇ ਮਤਲਬ ਜੋ ਕਹਿ ਰਹੇ ਨੇ ਵੀ ਫਾਇਦੇ ਹੈ ਜਾਂ ਨਹੀਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਅੱਜ ਬਹੁਤ ਵੱਡਾ ਸੰਮੇਲਨ ਹੋਣ ਜਾ ਰਿਹਾ। ਕਿਸਾਨ ਅੰਦੋਲਨ ਨਹੀਂ ਬੋਲ ਸਕਦੇ, ਜਨ ਅੰਦੋਲਨ ਬੋਲ ਸਕਦੇ ਆ। ਤੁਸੀਂ ਇਸ ਤੇ ਆਪਣੇ ਵਿਚਾਰ ਰੱਖੋ। ਮੈਂ ਸਮਝਦਾ ਕਿ ਬਹੁਤ ਪਹਿਲੀ ਵਾਰੀ ਹੈ ਕਿ ਲੋਕਾਂ ਦੀ ਮਜਬੂਰੀ ਦਾ ਫਾਇਦਾ ਸਰਕਾਰ ਉਠਾ ਰਹੀ ਸੀ। ਇੱਕ ਬੰਨੇ ਤੇ ਬਿਮਾਰੀ ਦਾ ਬਹਾਨਾ, और दूसरे बन्ने सारिਆਂ ਦੇ हक ਜਿਹੜੇ ਨੇ ਉਹ ਖੋਏ ਜਾ ਰਹੇ ਸੀ। ਔਰ ਇਸੇ 'ਚ ਪੀਰੀਅਡ 'ਚ ਤੁਸੀਂ ਦੇਖਿਆ ਹੋਣਾ ਕਿ ਉੱਤੋਂ ਪਿਛਲੇ 2-4 ਸਾਲ ਤੋਂ ਜਿਹੜਾ ਇੱਕ ਤਰੀਕਾ ਚੱਲਿਆ ਜਾ ਰਿਹਾ ਕਿ ਲੋਕਾਂ ਨੂੰ ਕਮਜ਼ੋਰ ਕਿਵੇਂ ਕਰਨਾ। ਪਹਿਲਾਂ ਇਹਨਾਂ ਨੇ ਸਾਡੇ ਘਰਾਂ ਦੀ ਬੱਚਤ ਜਿਹੜੀ ਹੈ ਉਹ ਡੀਮੋਨਟਾਈਜੇਸ਼ਨ ਨਾਲ ਘਰਾਂ ਦੀ ਬੱਚਤ ਔਰ ख़ास तौर ਤੇ ਲੇਡੀਜ਼ ਦੇ ਹੱਥ ਵਿੱਚ ਜਿਹੜੀ ਬੱਚਤ ਸੀ ਉਹ ਖੋਹ ਲਈ। ਉਸ ਤੋਂ ਬਾਅਦ GST ਨਾਲ ਸੂਬਿਆਂ ਨੂੰ ਕਮਜ਼ੋਰ ਕੀਤਾ। ਫਿਰ ਮਤਲਬ ਐਮਰਜੈਂਸੀ ਦੇ ਨਾਲ ਇਹਨਾਂ ਨੇ ਆਰਡੀਨੈਂਸ ਵਿੱਚ ਇਹ ਕਿਸਾਨਾਂ ਦੇ 3 ਬਿੱਲ ਲਿਆਂਦੇ। ਔਰ ਸ਼ਾਇਦ ਇਹ ਆਪਾਂ ਨੂੰ ਸਮਝਣ ਵਿੱਚ ਮਦਦ ਕਰੇਗਾ ਕਿ ਪਿਛਲੇ ਦਿਨੀ ਮੈਂ ਕਈ ਵਾਰ ਕਹਿੰਦਾ ਸਾਨੂੰ ਬੰਦਿਆਂ ਨੂੰ ਤਾਂ ਨਹੀਂ ਪਤਾ ਲੱਗਦਾ, ਪਰ ਲੇਡੀਜ਼ ਨੂੰ ਪਤਾ ਹੈ ਕਿ ਗੰਢਿਆਂ ਦਾ ਭਾਅ ਤੇ ਆਲੂਆਂ ਦਾ ਭਾਅ ਕੀ ਹੋਇਆ, ਪਰ ਕਿਉਂ ਹੋਇਆ ਇਹ ਸ਼ਾਇਦ ਅਸੀਂ ਨਹੀਂ ਜਾਣਿਆ। ਉਹ ਇਹ ਕਾਨੂੰਨਾਂ ਦੇ ਬਣਾਉਣ ਤੋਂ ਬਾਅਦ, ਕਿਉਂਕਿ ਜੂਨ ਵਿੱਚ ਇਹ ਆਰਡੀਨੈਂਸ ਆਇਆ ਕਿ ਐਸੈਂਸ਼ੀਅਲ ਜਿਹੜੀਆਂ ਫੂਡ ਆਈਟਮਸ ਨੇ ਉਹਨਾਂ ਨੂੰ ਲਿਸਟ 'ਚੋਂ ਬਾਹਰ ਕੱਢ ਦਿਓ। ਉਹਦੇ ਵਿੱਚੋਂ ਗੰਢੇ ਪਏ ਤੇ ਆਲੂ ਵੀ ਬਾਹਰ ਸੀ। ਔਰ ਉਹਦੇ ਤੋਂ ਬਾਅਦ ਇਹਨਾਂ ਨੇ 27,500 ਕਰੋੜ ਦੇ ਮਤਲਬ ਇਹ ਸਾਰੇ ਫੂਡ ਆਈਟਮ ਜਿਹੜੇ ਨੇ ਬਾਹਰ ਐਕਸਪੋਰਟ ਕਰਤੇ, ਜਿਹਦਾ ਮੁੱਲ ਜਿਹੜਾ ਹੈ ਆਮ ਆਦਮੀ ਨੂੰ ਦੇਣਾ ਪਿਆ। ਔਰ ਇਹ ਦੱਸਦਾ ਕਿ ਇਹਨਾਂ ਜਿਹੜੀ ਉਹਦੇ ਨਾਲ ਹੀ ਜ਼ਖੀਰੇਬਾਜ਼ੀ ਵਧਾਤੀ। ਔਰ ਇਹ ਸਾਰਾ ਜਿਹੜਾ ਤੀਸਰਾ ਜਿਹੜਾ ਉਹਦੇ 'ਚ ਸਭ ਤੋਂ ਅਹਿਮ ਸਵਾਲ ਹੈ, ਜਿਹੜਾ ਕਹਿੰਦੇ ਵੀ ਇਹ ਡਰ ਹੈ ਜੀ ਲੋਕਾਂ ਨੂੰ ਕਿ ਉਹਦੀ ਜ਼ਮੀਨ ਜਾਏਗੀ, ਡਰ ਨਹੀਂ ਹੈ, ਉਹ ਸੱਚਾਈ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਨਾਲ ਠੇਕੇਦਾਰੀ ਕੰਟਰੈਕਟ ਫਾਰਮਿੰਗ ਕਰਦੇ ਹੋ, ਉਹਦੇ ਵਿੱਚ ਇਹ ਕਲਾਜ਼ ਹੈ ਕਿ ਜਿੰਨਾ ਉਹਦੇ 'ਚ ਖਰਚਾ ਕਰਵਾਏਗਾ ਤੁਹਾਡੇ ਕੋਲ, ਉਹ ਤੁਹਾਡੇ 'ਤੇ ਕਰਜ਼ਾ ਹੋਏਗਾ, ਔਰ ਉਹ ਕਰਜ਼ਾ ਤੁਹਾਡੀ ਜ਼ਮੀਨ ਦੀ ਕੁਰਕੀ ਨਾਲ ਉਹ ਪ੍ਰਾਪਤ ਕਰ ਸਕਦਾ ਹੈ। ਲੇਕਿਨ ਉਹ ਬਾਅਦ ਵਿੱਚ ਆਪਣਾ ਵਾਅਦਾ ਨਾ ਪੂਰਾ ਕਰੇ ਤੇ ਉਹਦੇ 'ਤੇ ਕੋਈ ਬੰਦਸ਼ ਨਹੀਂ ਹੈ। ਜਿਹਦਾ ਇੱਕ ਮਤਲਬ ਜਿਹੜੀ ਇਹਦੀ ਵੰਨਗੀ ਹੈ ਉਹ ਮੱਧ ਪ੍ਰਦੇਸ਼ ਵਿੱਚ ਦੇਖ ਲਈ, ਜਿੱਥੇ 100 ਕਿਸਾਨਾਂ ਦੀ ਫਸਲ ਲੈ ਕੇ ਚਲੇ ਗਏ, ਹੁਣ ਲੱਭ ਹੀ ਨਹੀਂ ਰਹੇ ਬੰਦੇ ਕਿ ਉਹ ਕਿੱਥੇ ਨੇ, ਕਿਉਂਕਿ ਕਿਤੇ ਕੋਈ ਰਿਕਾਰਡ ਨਹੀਂ ਹੈ। ਤੀਸਰੀ ਜਿਹੜੀ ਗੱਲ ਇੱਕ ਹੋਰ ਸਮਝਣ ਵਾਲੀ ਹੈ ਕਿ ਇਹ ਮੰਡੀ ਵਿੱਚ ਕਿਉਂ ਨਹੀਂ ਖਰੀਦਣਾ ਚਾਹੁੰਦੇ। ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਆਪਣੇ ਸ਼ਹਿਰਾਂ ਦੇ ਮਤਲਬ ਜਿਹੜੀ ਸੀ ਚੁੰਗੀ ਹੁੰਦੀ ਸੀ, ਉਦੋਂ ਸ਼ਹਿਰ ਦੀ ਸਾਰੀ ਆਮਦਨ ਚੁੰਗੀ ਤੋਂ ਹੁੰਦੀ ਸੀ। ਚੁੰਗੀ ਬੰਦ ਕਰਤੀ ਤੇ ਕਰਜ਼ਾ ਆਉਣਾ ਸ਼ੁਰੂ ਹੋ ਗਿਆ। ਹੁਣ ਅਸੀਂ ਕਦੀ ਸ਼ਹਿਰੀਆਂ ਨੇ ਨਹੀਂ ਪੁੱਛਿਆ ਕਿ ਜਿਹੜੀ ਆ ਤੁਸੀਂ ਕਰ ਰਹੇ ਹੋ ਇਹਦੇ 'ਤੇ ਸਾਡੇ 'ਤੇ ਕਰਜ਼ਾ ਕਿਉਂ ਲਾਗੂ ਕਰ ਰਹੇ ਹੋ। ਇਸੇ ਤਰ੍ਹਾਂ ਹੀ ਇਹਦੇ ਵਿੱਚ ਕੀ ਹੋਇਆ ਕਿ ਜਦੋਂ ਉਹ ਮੰਡੀ 'ਚ ਕਰਦਾ ਰਿਕਾਰਡ ਹੁੰਦਾ ਕਿ ਮਤਲਬ ਆਹ ਬੰਦਾ ਆਹ ਖਰੀਦ ਗਿਆ, ਤੇ ਉਹ ਟੈਕਸ ਵਾਲੇ ਪਹੁੰਚਦੇ ਨੇ ਵੀ ਤੂੰ ਇੰਨੇ ਦੀ ਖਰੀਦੀ ਸੀ, ਇੰਨੇ ਦੀ ਵੇਚੀ ਹੈ, ਇਹਦਾ ਜਿਹੜਾ ਟੈਕਸ ਦਿਓ ਵੀ ਲੋਕਾਂ ਦਾ ਹਿੱਸਾ ਹੈ। ਤੇ ਜੇ ਉਹ ਰਿਕਾਰਡ 'ਚ ਹੀ ਨਹੀਂ ਹੈ ਤੇ ਉਹ ਲੋਕਾਂ ਦੇ ਹਿੱਸੇ ਦਾ ਉਹ ਪੈਸਾ ਵੀ ਠੱਗੀ ਮਾਰੀ ਜਾਏ। ਪਲੱਸ ਹੈਗਾ ਕਿ ਜਿਹੜੀ ਮਤਲਬ ਕਿਸਾਨਾਂ ਨੇ ਐਕਚੁਅਲੀ ਮੰਡੀ ਇੱਦਾਂ ਨਹੀਂ ਖੜੀ ਹੋਈ ਕਿ ਸਰਕਾਰ ਨੇ ਬਣਾ ਦਿੱਤੀ ਤੇ ਮੰਡੀ ਹੋਈ। ਆਪਣੇ ਸਾਰੇ ਕਿਸਾਨਾਂ ਨੇ ਹਰ ਮੰਡੀ ਤੇ ਹਰ ਫਸਲ ਦੇ ਉੱਤੇ ਲੜਾਈ ਲੜ ਕੇ ਉਹਨੂੰ
ਮਤਲਬ ਚੱਲਦੀ ਰੱਖਿਆ। ਤੋ ਇਸ ਕਰਕੇ ਹੈ। ਔਰ ਦੂਜੇ ਬੰਨੇ ਵਰਲਡ ਬੈਂਕ ਇੱਕ ਤੇ ਕਹਿ ਰਿਹਾ ਕਿ ਵੀ ਇਹਨੂੰ ਖਤਮ ਕਰੋ, ਦੂਜੇ ਬੰਨੇ ਉਹਨਾਂ ਦਾ ਆਪਣਾ ਇੱਕ ਡਾਕੂਮੈਂਟ ਹੈ, ਜਿਹੜੀ ਰਿਸਰਚ ਹੈ ਉਹ ਕਹਿੰਦੀ ਹੈ ਕਿ ਵੀ ਜਿਹੜੀਆਂ ਨਿਯਮਤ ਮੰਜੀ ਹੈ ਉਹ ਹੀ ਚੰਗੀ ਤਰ੍ਹਾਂ ਤੁਹਾਨੂੰ ਮਤਲਬ ਲੋਕਾਂ ਨੂੰ ਪੈਸਾ ਤੁਹਾਡੇ ਦੇਸ਼ 'ਚ ਲਾਗੂ ਕਰਨਗੇ। ਤੋ ਇਸ ਕਰਕੇ ਅਸੀਂ ਇੱਕ ਬੜੇ ਉਹਦੇ 'ਚ ਫਸੇ ਹੋਏ ਹਾਂ। ਔਰ ਇਹ ਵੀ ਬੜੀ ਵਧੀਆ ਗੱਲ ਹੈ ਕਿ ਅੱਗੇ ਆਪਣੇ ਕਹਾਣੀ ਹੁੰਦੀ ਸੀ ਵੀ ਆਦਮ ਬੋ ਕਰਦਾ, ਪਰ ਜਿਹੜਾ ਦੇਹ ਹੈ ਉਹਦੀ ਜਿਹੜੀ ਜਾਨ ਹੈ ਉਹ ਤੋਤੇ 'ਚ ਹੁੰਦੀ ਹੈ। ਮੈਂ ਕਿਹਾ ਕਿਸਾਨਾਂ ਨੇ ਉਹ ਤੋਤਾ ਵੀ ਫੜ ਲਿਆ ਕਿ ਵੀ ਅਖੀਰ ਤੇ ਅਡਾਨੀ ਅੰਬਾਨੀ ਨੂੰ। ਔਰ ਇਹ ਵੀ ਇੱਕ ਬੜੀ ਅਜੀਬ ਸਾਡੀ ਹੈ ਕਿ ਯੂਨੀਵਰਸਿਟੀ ਪੈਦਾ ਨਹੀਂ ਹੋਈ ਤੇ ਨੰਬਰ 1 ਯੂਨੀਵਰਸਿਟੀ ਕਹਿ ਦਿਓ। ਤੁਹਾਡੇ ਇੱਥੇ ਹੀ ਮਤਲਬ ਪਾਣੀਪਤ ਵਿੱਚ ਅਡਾਨੀ ਨੇ ਮਤਲਬ FCI ਔਰ FCI ਤੋਂ ਪੈਸਾ, ਸਾਡਾ ਹੀ ਪੈਸਾ ਲੈ ਕੇ ਆਪਣੀ ਪ੍ਰਾਈਵੇਟ ਮਤਲਬ ਗੋਡਾਊਨ ਬਣਾ ਰਹੇ ਨੇ, ਨਾਲ ਉਹਨਾਂ ਨੂੰ ਪ੍ਰਾਈਵੇਟ ਮਤਲਬ ਰੇਲ ਦੇ ਦਿੱਤੀ। ਇਹਦਾ ਮਤਲਬ ਜਿੱਥੇ ਮਰਜ਼ੀ ਲੈ ਜਾਣ ਕੋਈ ਰਿਕਾਰਡ ਨਹੀਂ ਹੈ, ਕਿਉਂਕਿ ਸਰਕਾਰੀ ਰੇਲ 'ਚ ਹੋਏਗਾ ਰਿਕਾਰਡ ਹੋਏਗਾ ਕਿ ਵੀ ਇੱਥੇ ਤੁਸੀਂ ਇੰਨੇ ਦੀ ਲਿਆ ਸੀ। ਤਾਂ ਉਹ ਰਿਕਾਰਡ ਨੂੰ ਵੀ ਖਤਮ ਕਰਨਾ ਚਾਹੁੰਦੇ, ਜਿਹਦਾ ਮਤਲਬ ਹੈ ਕਿ ਲੋਕਾਂ ਨੂੰ ਦੇਣਾ ਕੁਛ ਨਹੀਂ, ਲੋਕਾਂ ਨੂੰ ਲੁੱਟਣਾ ਹੀ ਹੈਗਾ। ਔਰ ਇਹ ਪਹਿਲੀ ਵਾਰੀ ਏਡੀ ਵੱਡੀ ਚੇਤਨਤਾ ਔਰ ਏਕਤਾ ਹੈ। ਔਰ ਜਿੰਨਾ ਚਿਰ ਤੱਕ ਅਸੀਂ ਇਹਨੂੰ ਇੱਦਾਂ ਨਹੀਂ ਸਮਝਦੇ ਕਿ ਇਹ ਰੋਟੀ ਪੈਦਾ ਕਰਨ ਵਾਲੇ ਤੋਂ ਰੋਟੀ ਦੇ ਖਾਣ ਤੱਕ ਦਾ ਸਾਰਾ ਜਿਹੜਾ ਮਤਲਬ ਹੈ ਉਹ ਮਤਲਬ ਜਿਹੜਾ ਉਹਨੂੰ ਉਹ ਮੁੱਠੀ 'ਚ ਲੈਣਾ ਚਾਹੁੰਦੇ। ਜਦੋਂ ਜੀਓ ਕਹਿੰਦਾ ਸੀ ਨਾ ਦੁਨੀਆ ਨੂੰ ਮੁੱਠੀ 'ਚ ਕਰ ਲਓ, ਹੁਣ ਉਹ ਕਰਕੇ ਦਿਖਾ ਰਹੇ ਨੇ ਕਿ ਤੁਹਾਨੂੰ ਸਾਰਿਆਂ ਨੂੰ। ਜਿੱਦਾਂ ਹੁਣ ਸਰਦੀ ਆ ਗਈ ਤੇ ਤੁਹਾਡੇ ਸਿਲੰਡਰ ਦਾ ਭਾਅ ਕਿੰਨਾ ਵੱਧ ਗਿਆ, 100 ਰੁਪਏ। ਇਹਦਾ ਮਤਲਬ ਹਰ ਮਜਬੂਰੀ ਤੋਂ ਲੋਕਾਂ ਦੇ ਫਾਇਦਾ। ਸਰਕਾਰ ਦਾ ਕੰਮ ਲੋਕਾਂ ਨੂੰ ਤਾਕਤ ਦੇਣਾ ਹੁੰਦਾ, ਨਾ ਕਿ ਉਹਨਾਂ ਨੂੰ ਮਜਬੂਰੀ ਕਰਕੇ ਲੁੱਟਣ ਦੇ ਵਿੱਚ ਹੋਣਾ ਚਾਹੀਦਾ। ਤੋ ਇਸ ਕਰਕੇ ਇਹ ਜਿਹੜੀ ਚੇਤਨਤਾ ਹੈ ਇਹ ਬਹੁਤ ਵੱਡੀ ਹੈ। ਔਰ ਇਹਦੇ 'ਚ ਸਾਨੂੰ ਖਾਸ ਤੌਰ 'ਤੇ ਸ਼ਹਿਰ ਵਿੱਚ ਸਮਝਣਾ ਚਾਹੀਦਾ ਹੈ ਕਿ ਵੀ ਸਾਡਾ ਵੀ ਇਹਦੇ ਵਿੱਚ ਮਤਲਬ ਸਾਡੇ 'ਤੇ ਵੀ ਹਮਲਾ ਹੈ। ਕੱਲ੍ਹ ਨੂੰ ਤੁਹਾਡੇ ਤੁਸੀਂ ਮਹਿਫੂਜ਼ ਨਹੀਂ ਹੈ, ਤੁਹਾਡੀ ਰੋਟੀ ਵੀ ਮਤਲਬ ਤੁਹਾਨੂੰ ਮਿਲੇਗੀ। ਨਿਊਟ੍ਰੀਸ਼ਨ ਦਾ ਆਲਰੇਡੀ ਇੰਡੀਆ ਬਹੁਤ ਥੱਲੇ ਹੈ। ਤੋ ਇਸ ਕਰਕੇ ਮੈਂ ਸਮਝਦਾ ਕਿ ਇੱਕ ਬਹੁਤ ਹੀ ਅਹਿਮ ਟਾਈਮ ਹੈ ਸਾਡੇ ਇਤਿਹਾਸ ਵਿੱਚ ਕਿ ਕਿਸਾਨੀ ਜਿਹੜੀ ਹੈ ਉਹਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਹੈ। ਔਰ ਇਕੱਲੀ ਕਿਸਾਨੀ ਦੀ ਲੜਾਈ ਨਹੀਂ ਹੈ, ਇਹ ਪੂਰੇ ਲੋਕਾਂ ਦੀ ਲੜਾਈ ਹੈ। ਮੈਂ ਕਹਿੰਦਾ ਰੋਟੀ ਤੇ ਰੋਜ਼ੀ ਦਾ ਕੁਐਸਚਨ ਇਸ ਵੇਲੇ ਖੜਾ ਹੈ, ਜਿਹਦੇ ਤੋਂ ਸਰਕਾਰਾਂ ਦੌੜ ਰਹੀਆਂ ਸੀ, ਮਤਲਬ ਉਹ ਹੁਣ ਸਾਹਮਣੇ ਹੈ। ਸਰ, ਦੇਸ਼ ਦਾ ਇਤਿਹਾਸ ਹੈ ਵੀ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਈ ਸੀ ਸ਼ਹੀਦ ਸਰਦਾਰ ਭਗਤ ਸਿੰਘ ਜੀ ਨੇ। ਦੂਸਰੇ ਪਾਸੇ ਅਗਰ ਅੱਜ ਦੇ ਵਰਤਮਾਨ ਦੀ ਗੱਲ ਕਰੀ ਚੱਲੀਏ ਤਾਂ ਦੇਸ਼ ਹੁਣ ਵੀ ਆਜ਼ਾਦ ਹੋਣ ਜਾ ਰਿਹਾ ਅੰਡਾਨੀ ਅੰਬਾਨੀ ਹੱਥੋਂ, ਤੇ ਇੱਥੋਂ ਬਚਾ ਰਹੇ ਨੇ ਆਪਣੇ ਕਿਸਾਨ ਵੀਰ। ਲੇਕਿਨ ਕੁਝ ਲੋਕਾਂ ਦਾ ਇਹ ਕਹਿਣਾ ਵੀ ਇਹ ਇਸ ਚੀਜ਼ ਨੂੰ ਸਮਝ ਨਹੀਂ ਰਹੇ ਨੇ, ਜੋ ਇਹ ਆਰਡੀਨੈਂਸ ਨੇ ਇਹ ਬੈਨੀਫਿਟ ਲਈ ਨੇ, ਜੋ ਛੋਟੇ ਜ਼ਿਮੀਂਦਾਰ ਨੇ ਉਹ ਸੇਫ ਨੇ, ਇਹ ਤਾਂ ਮਤਲਬ ਜੋ ਲੋਕ ਇਸ ਚੀਜ਼ ਦੀ ਦਲਾਲੀ ਕਰਦੇ ਨੇ ਉਹਨਾਂ ਲਈ ਹਾਨੀਕਾਰਕ ਹੈ। ਇਸ ਵਿਸ਼ੇ ਤੇ ਕੀ ਕਹੋ? ਦੇਖੋ, ਗੱਲ ਹੈ ਕਿ ਪ੍ਰੋਪੋਗੰਡਾ ਤੇ ਬਹੁਤ ਹੈ, ਪਰ ਉਹ ਜਦੋਂ ਕਹਿੰਦੇ ਨਾ ਵੀ ਇਹਨਾਂ ਨੂੰ ਸਮਝ ਨਹੀਂ ਲੱਗਦੀ, ਸਮਝ ਲੱਗ ਗਈ ਹੈ। ਇਹ ਤੋਂ ਉਹਨਾਂ ਨੂੰ ਖਤਰਾ ਲੱਗ ਰਿਹਾ, ਕਿਉਂਕਿ ਲੋਕਾਂ ਨੇ ਸਮਝ ਲਿਆ ਸਾਰਾ ਕੁਝ। ਕਿਉਂਕਿ ਕਿਸਾਨ ਜਿਹੜਾ ਹੈ ਉਹ ਤੇ ਜ਼ਮੀਨ ਤੇ ਕੰਮ ਕਰਦਾ, ਉਹ ਜ਼ਮੀਨੀ ਸਮਝ ਹੁੰਦੀ ਹੈ। ਮਤਲਬ ਮੈਂ ਭਾਵੇਂ ਜਿਹੜਾ ਮਰਜ਼ੀ ਵਿਗਿਆਨੀ ਹੋਵਾਂ, ਅਖੀਰ ਤੇ ਮੈਨੂੰ ਕਿਸਾਨ ਤੋਂ ਸਮਝਣਾ ਪੈਂਦਾ ਵੀ ਮਤਲਬ ਖੇਤੀ ਕਿੱਦਾਂ, ਉਹਦਾ ਰੋਜ਼ ਦਾ ਤਜਰਬਾ ਹੈ। ਤਾਂ ਇਹ ਜਿਹੜਾ ਪ੍ਰੋਪੋਗੰਡਾ ਹੈ ਇਹ ਕਿਤੇ ਉਹਨੂੰ ਸਿਰਫ ਪੰਜਾਬ ਦਾ ਬਣਾਉਣਾ। ਮੈਂ ਕਹਿੰਦਾ ਕਿ ਪੰਜਾਬ ਵਾਲਿਆਂ ਨੇ ਤਾਂ ਸਿਰਫ ਪੰਜਾਬ ਦੀ ਹੱਦ ਤੱਕ ਲੜਨਾ ਸ਼ੁਰੂ ਕੀਤਾ ਸੀ। ਹਰਿਆਣੇ ਦੇ ਜੇ ਨਾਲ ਨਾ ਰੱਖਦੇ ਤੇ ਦਿੱਲੀ ਤੱਕ ਨਹੀਂ ਸੀ ਜਾਂਦੇ। ਔਰ ਦਿੱਲੀ 'ਚ ਧੱਕ ਕੇ ਵਾੜਤਾ ਉਹਨਾਂ ਨੇ ਵੀ ਭਾਈ ਉੱਥੇ ਚੱਲ ਕਰੀਏ, ਆਪਾਂ ਇੱਥੇ ਰਹਿ ਕੇ ਕਰਨਾ। ਤਾਂ ਇਹ ਹਰਿਆਣੇ ਨੇ ਬਹੁਤ ਵੱਡਾ ਰੋਲ ਪਲੇ ਕੀਤਾ। ਔਰ ਚੇਤਨਤਾ ਹੈ ਹਰ ਗਾਉਂ ਤੋਂ। ਮੈਂ ਪਿੰਡਾਂ ਜਾਂਦਾ, ਪਿੰਡਾਂ 'ਚ ਵੀ ਲੋਕਾਂ ਨੂੰ ਚੇਤਨਤਾ ਹੈ। ਤਾਂ ਇਹ ਹੈ ਕਿ ਭਰਮ ਉਹ ਜਿਹੜਾ ਮਤਲਬ ਭਰਮ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਤਾਂ ਹੈ ਕਿ ਇਹ ਰੋਟੀ ਦਾ ਸਵਾਲ ਜਿਹੜਾ ਹੈ ਇਹ ਸਾਰੀਆਂ ਲਾਈਨਾਂ ਤੋੜ ਦਿੰਦਾ। ਤੁਹਾਡੇ ਮਤਲਬ ਧਰਮ, ਜਾਤ ਪਾਤ, ਰੋਟੀ ਸਾਰਿਆਂ ਦੀ ਮਤਲਬ ਸਾਂਝੀ ਚੀਜ਼ ਹੈਗੀ। ਤੋ ਇਸ ਕਰਕੇ ਇਹ ਜਿਹੜੇ ਭਰਮ ਨੇ ਇਹਨਾਂ ਤੋਂ ਸਗੋਂ ਮੁਕਤ ਹੋਣ ਦੀ ਲੋੜ ਹੈ ਔਰ ਇਕੱਠੇ ਹੋਣ ਦੀ ਲੋੜ ਹੈ। ਕਿਉਂਕਿ ਇਹ ਮਸਲਾ ਜਦੋਂ ਤੁਸੀਂ ਕਿਹਾ ਕਿ ਆਜ਼ਾਦੀ ਦੀ ਲੜਾਈ 'ਚ ਵੀ ਕਿਸਾਨੀ ਦਾ ਸਵਾਲ ਨੰਬਰ 1 ਰਿਹਾ। ਭਗਤ ਸਿੰਘ 2 ਫਰਵਰੀ ਨੂੰ ਲਿਖ ਰਿਹਾ ਸੀ ਕਿ ਵੀ ਜੇ ਤੁਸੀਂ ਆਜ਼ਾਦੀ ਨੂੰ ਆਮ ਲੋਕਾਂ ਤੱਕ ਲਿਜਾਣਾ ਹੈ ਤਾਂ ਉਹਨਾਂ ਨੇ 8 ਸਵਾਲ ਦਿੱਤੇ ਕਿ ਇੱਕ ਤਾਂ ਹੈ ਕਿ ਜ਼ਮੀਨ ਤੋਂ ਤੇ ਜਿਹੜੀ ਹੈਗੀ ਇਜਾਰਾਦਾਰੀ ਖਤਮ ਕਰੋ, ਜ਼ਗੀਰਦਾਰੀ ਖਤਮ ਕਰੋ। ਫਿਰ ਹੈ ਕਿਸਾਨਾਂ ਦੇ ਕਰਜ਼ੇ ਮਾਫ ਕਰੋ। ਇਹ ਉਹਨਾਂ ਦਾ ਪ੍ਰੋਗਰਾਮ ਲਿਖਿਆ ਹੋਇਆ, ਭਗਤ ਸਿੰਘ ਸੁਪਨੇ ਨਹੀਂ ਸੀ ਲੈ ਰਿਹਾ। ਔਰ ਉੱਥੇ ਉਹ ਕਹਿੰਦਾ ਹੈ ਕਿ ਵੀ ਮਤਲਬ ਜਿਹੜੀ ਵਿੱਦਿਆ ਹੈ ਉਹ ਵੀ ਮਤਲਬ ਫ੍ਰੀ ਹੋਣੀ ਚਾਹੀਦੀ। ਔਰ ਸ਼ਾਇਦ ਆਪਾਂ ਨੂੰ ਇਹ ਨਹੀਂ ਪਤਾ ਕਿ ਆਪਣੀ ਚੁੱਪ ਚਪੀਤੇ, ਇਹ ਤਾਂ ਪਾਰਲੀਮੈਂਟ 'ਚ ਰੌਲਾ ਪਿਆ, ਚੁੱਪ ਚਪੀਤੇ ਤੁਹਾਡੇ ਬੱਚਿਆਂ ਦੀ ਵਿੱਦਿਆ ਵੀ ਜਿਹੜੀ ਹੈ ਉਹ ਹਾਈਜੈਕ ਕਰ ਲਈ ਗਈ ਹੈ। ਔਰ ਉਹ ਵੀ ਵੱਡੇ ਕਾਰਪੋਰੇਟਸ ਨੂੰ ਦੇ ਰਹੇ ਨੇ, ਬਾਹਰਲੀਆਂ ਯੂਨੀਵਰਸਿਟੀਆਂ ਨੂੰ ਦੇ ਰਹੇ ਨੇ। ਤੋ ਇਸ ਕਰਕੇ ਮੈਂ ਸਮਝਦਾ ਕਿ ਇਸ ਪ੍ਰੋਪੋਗੰਡੇ ਤੋਂ ਮਤਲਬ ਅੱਜ ਕੋਈ ਸਵਾਲ ਜਵਾਬ ਦੇਵੇ ਨਾ ਵੀ ਤੁਸੀਂ ਜਿੱਥੇ ਹੋਇਆ ਹੁਣ ਮੱਧ ਪ੍ਰਦੇਸ਼ ਦਾ ਮਤਲਬ ਉੱਥੇ ਤਾਂ ਇਹਨਾਂ ਦੀ ਸਰਕਾਰ ਹੈ,
ਉੱਥੇ ਜੇ 100 ਜੱਟ ਲੁੱਟੇ ਗਏ ਨੇ ਉਹਨਾਂ ਨੂੰ ਪੈਸੇ ਦਵਾਓ, ਉਹਦੀ ਕੋਈ ਗੱਲ ਨਹੀਂ ਕਰੇਗਾ। ਤੋ ਇਹ ਜਿਹੜੇ ਨੇ ਇਹ ਤੋਂ ਬਚਣ ਦੀ ਲੋੜ ਹੈ, ਮਤਲਬ ਪ੍ਰਚਾਰ ਤੋਂ, ਮਤਲਬ ਉਹਨੂੰ ਭੰਡੀ ਪ੍ਰਚਾਰ ਕਹਿੰਦੇ ਆਪਾਂ। ਔਰ ਇਹ ਤੋਂ ਔਰ ਮਤਲਬ ਕਿਸਾਨੀ ਨਹੀਂ, ਲੋਕ ਵੀ, ਆਮ ਲੋਕ ਜਿਹੜੇ ਨੇ ਉਹ ਵੀ, ਮੈਂ ਹੁਣ ਕੇਰਲਾ 'ਚ ਗੱਲ ਕਰਦਾ, ਕਰਨਾਟਕਾ 'ਚ ਗੱਲ ਹੁੰਦੀ ਹੈ, ਤਾਮਿਲਨਾਡੂ 'ਚ ਗੱਲ ਹੁੰਦੀ ਹੈ, ਉੱਥੋਂ ਦਾ ਕਿਸਾਨ ਵੀ ਸਮਝਦਾ ਕਿ ਵੀ ਹੁਣ MSP ਕੀ ਹੈ, ਮਿਨੀਮਮ ਸਪੋਰਟ ਪ੍ਰਾਈਸ, ਉਹਦੀ ਜਸਟ ਕਾਸਟ ਹੈ। ਜੇ ਉਹ ਵੀ ਨਾ ਮਿਲੇ ਤਾਂ ਕਰਜ਼ੇ ਜਾਣਾ। ਤੋ ਕਰਜ਼ੇ ਤੋਂ ਬਚਣ ਲਈ ਹੈ ਕਿ ਅਸੀਂ ਕਹਿੰਦੇ ਮਿਹਨਤ ਦਾ ਫਲ ਤੇ ਦਿਓ ਨਾ। ਜੱਟ ਹੋਰ ਕੁਝ ਨਹੀਂ ਮੰਗ ਰਿਹਾ, ਉਹ ਕਹਿੰਦਾ ਮੈਨੂੰ ਮੇਰੀ ਮਿਹਨਤ ਦਾ ਫਲ ਦਿਓ ਤੁਸੀਂ। ਇਹ ਤਾਂ ਜ਼ਿਮੀਂਦਾਰ ਤਾਂ ਰੋਟੀ ਖੋ ਰਿਹਾ। ਹਾਂ ਬਿਲਕੁਲ, ਸਾਰਿਆਂ ਤੋਂ ਹੀ ਖੋ ਰਹੇ ਨੇ। ਉਹ ਤੁਹਾਡੀ ਜਿਹੜੀ ਉਹ ਜ਼ਿਮੀਂਦਾਰ ਤੋਂ ਹੀ ਨਹੀਂ ਖੋ ਰਹੇ, ਉਹ ਹਰ ਬੰਦੇ ਦੀ ਮੂੰਹ 'ਚੋਂ ਰੋਟੀ ਖੋ ਰਹੇ ਨੇ। ਔਰ ਆਪਾਂ ਹੁਣੇ ਹੀ ਦੇਖ ਰਹੇ ਕਿਵੇਂ ਮਤਲਬ ਭਾਅ ਜਿਹੜਾ ਹੈ ਉਹਨੂੰ ਮੈਨੂਪੂਲੇਟ। ਮੈਂ ਤਾਂ ਹੀ ਕਹਿੰਦਾ ਕਿ ਵੀ ਇਹਨੂੰ ਆਪਾਂ ਨੂੰ ਸਮਝਣ ਦੀ ਲੋੜ ਹੈ ਔਰ ਇਕੱਠੇ ਹੋਣ ਦੀ ਲੋੜ ਹੈ। ਔਰ ਲੰਗਰ ਜਿਹੜਾ ਹੈ ਇਹਨੇ 1919 ਤੋਂ ਪਹਿਲਾਂ ਲੋਕਾਂ ਨੂੰ ਇਕੱਠਿਆਂ ਕੀਤਾ ਸੀ। ਔਰ ਭਗਤ ਸਿੰਘ ਨੇ ਜਦੋਂ ਨੌਜਵਾਨ ਭਾਰਤ ਸਭਾ ਸ਼ੁਰੂ ਕੀਤੀ ਤਾਂ ਉਹਨਾਂ ਨੇ ਲੰਗਰ ਤੋਂ ਸ਼ੁਰੂ ਕੀਤੀ ਵੀ ਜਿਹੜੇ ਇਕੱਠੇ ਭਗਤ ਖਾਣਾ ਬਹਿ ਗਏ ਨਾ ਤੇ ਫਿਰ ਅਸੀਂ ਇਕੱਠੇ ਲੜ ਵੀ ਲਾਂਗੇ। ਠੀਕ ਹੈ, ਤਾਂ ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ। ਥੈਂਕ ਯੂ ਸਰ।